ਧੰਨ ਵਾਹਿਗੁਰੂ ਸਾਹਿਬ ਜੀਓ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ। ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪੈ। ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ। ਸੁਖ ਹੋਵੈ ਦਿਨ ਰਾਤੀ, ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ। ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ, ਪਰਮ ਸਨਮਾਨਯੋਗ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਰੱਬੀ ਗਿਆਨ ਦੇ ਮੁਜਸਮੇ ਸਰਵੇ ਕਾਇਨਾਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਦੁਪਹਿਰ ਦੇ ਦੀਵਾਨ ਦੇ ਵਿੱਚ ਹਾਜ਼ਰੀ ਭਰ ਰਹੇ ਗੁਰੂ ਕੇ ਅਜ਼ੀਜ਼ ਸਤ ਸੰਗੀ ਜਨੋ, ਆਪ ਦੀ ਧੰਨਤਾ ਦੇ ਯੋਗ ਹੋ ਜਿਨ੍ਹਾਂ ਨੇ ਦੀਵਾਨ ਵਿੱਚ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰਨ ਦੇ ਲਈ ਹਾਜ਼ਰੀ ਭਰੀ ਹੈ। ਆਪ ਸੰਗਤ ਜੀ ਦੇ ਨਾਲ ਗੁਰਬਾਣੀ ਦੇ ਵਿੱਚੋਂ ਗੁਰਦੁਆਰੇ ਦਾ ਕੀ ਸੰਕਲਪ ਹੈ ਤੇ ਗੁਰਦੁਆਰਿਆਂ ਦੀ ਸਤਿਕਾਰ ਅਦਬ ਦੇ ਲਈ ਜੋ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਨੇ ਉਹਨਾਂ ਦਾ ਜ਼ਿਕਰ ਆਪ ਜੀ ਦੇ ਨਾਲ ਕਰਨ ਦਾ ਯਤਨ ਕਰਨਾ ਹੈ। ਇਕਾਗਰਤਾ ਬਖਸ਼ਿਸ਼ ਕਰਦਿਆਂ ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਬਹੁਤ ਵਾਰ ਹਜ਼ੂਰ ਨੇ ਗੁਰਦੁਆਰਾ ਸ਼ਬਦ ਵਰਤਿਆ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਇਸ ਮਤ ਦੀ ਆਰੰਭਤਾ ਹੋਈ ਹੈ ਤੇ ਇਸ ਮਤ ਦੇ ਪ੍ਰਚਾਰ ਦੇ ਲਈ, ਪ੍ਰਸਾਰ ਦੇ ਲਈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਖੁਦ ਕਰਤਾਰਪੁਰ ਸਾਹਿਬ ਦੀ ਧਰਮਸ਼ਾਲਾ ਕਾਇਮ ਕੀਤੀ ਹੈ। ਗੁਰਦੁਆਰੇ ਦਾ ਪਹਿਲਾ ਨਾਮ ਧਰਮਸ਼ਾਲ ਰੱਖਿਆ ਗਿਆ ਹੈ। ਸ਼ਾਲ ਦਾ ਅਰਥ ਹੈ ਘਰ। ਉਹ ਥਾਂ, ਉਹ ਟਿਕਾਣਾ ਜਿਸ ਥਾਂ ਤੋਂ ਧਰਮ ਦੇ ਬਾਰੇ ਜਾਣਕਾਰੀ ਪ੍ਰਾਪਤ ਹੋਵੇ, ਜਿਸ ਘਰ ਦੇ ਵਿੱਚੋਂ ਪਰਮਾਤਮਾ ਦੀ ਗੱਲ ਹੁੰਦੀ ਹੋਵੇ, ਸੇਵਾ ਦੀ, ਸਿਮਰਨ ਦੀ ਗੱਲ ਹੁੰਦੀ ਹੋਵੇ, ਏਕਤਾ ਦੀ, ਸਮਾਨਤਾ ਦੀ ਗੱਲ ਹੁੰਦੀ ਹੋਵੇ, ਜਿਸ ਥਾਂ ਦੇ ਉੱਤੇ ਵਿਸ਼ਰਾਮ ਹੋਵੇ, ਜਿੱਥੇ ਲੋੜਵੰਦਾਂ ਨੂੰ ਸਹਾਇਤਾ ਮਿਲਦੀ ਹੋਵੇ, ਖਾਣ ਵਾਸਤੇ ਲੰਗਰ ਮਿਲਦਾ ਹੋਵੇ ਤੇ ਜਿਹੜੇ ਬਿਮਾਰ ਨੇ ਉਹਨਾਂ ਨੂੰ ਦਵਾਈ ਦਾਰੂ ਮਿਲਦੀ ਹੋਵੇ, ਉਸ ਥਾਂ ਦਾ ਨਾਮ ਧਰਮਸ਼ਾਲ ਹੈ, ਗੁਰਦੁਆਰਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਉਦਾਸੀਆਂ ਕਰਕੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਆਏ ਤੇ ਹਜ਼ੂਰ ਨੇ ਉੱਥੇ ਧਰਮਸ਼ਾਲਾ ਕਾਇਮ ਕੀਤੀ ਹੈ। ਭਾਈ ਗੁਰਦਾਸ ਜੀ ਦੇ ਕਥਨ ਦੇ ਅਨੁਸਾਰ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਧਰਮਸ਼ਾਲਾ ਕਾਇਮ ਕੀਤੀ ਤੇ ਜਦੋਂ ਉਦਾਸੀਆਂ ਤੋਂ ਆਏ, ਆਪਣਾ ਉਦਾਸੀਆਂ ਵਾਲਾ ਪਹਿਰਾਵਾ, ਜਾਮਾ ਹਜ਼ੂਰ ਨੇ ਧਰਮਸ਼ਾਲ ਦੇ ਵਿੱਚ ਆ ਕੇ ਉਤਾਰਿਆ ਹੈ ਤੇ ਮੰਜੀ ਦੇ ਉੱਤੇ ਹਜ਼ੂਰ ਨੇ ਆਪਣਾ ਆਸਣ ਲਾ ਲਿਆ ਹੈ। ਪੈਰ ਸੰਸਾਰੀ ਕੱਪੜੇ, ਸੰਸਾਰੀਆਂ ਵਾਲਾ ਜਾਮਾ ਪਾ ਲਿਆ ਹੈ, ਮੰਜੀ ਬੈਠ ਕੀਆ ਅਵਤਾਰਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੇਲੇ ਨਿਤਨੇਮ ਕੀ ਹੋਇਆ ਕਰਦਾ ਸੀ, ਪ੍ਰਚਾਰ ਕਿਸ ਤਰ੍ਹਾਂ ਦਾ ਹੋਇਆ ਕਰਦਾ ਸੀ, ਇਸ ਦੀ ਝਲਕ ਸਾਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਤੇ ਜਨਮ ਸਾਖੀਆਂ ਦੇ ਵਿੱਚੋਂ, ਇਤਿਹਾਸ ਦੇ ਵਿੱਚੋਂ ਮਿਲਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਜੋ ਰੋਜ਼ਾਨਾ ਦੀ ਰੂਟੀਨ ਸੀ ਧਰਮਸ਼ਾਲ ਦੀ, ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਉੱਥੇ ਆਰਤੀ ਨੂੰ ਗਾਇਆ ਜਾਂਦਾ ਹੈ, ਆਰਤੀ ਕੀਤੀ ਨਹੀਂ ਜਾਂਦੀ। ਜਿਵੇਂ ਹਿੰਦੂ ਵੀਰ ਥਾਲ ਦੇ ਵਿੱਚ ਦੀਵੇ ਰੱਖ ਕੇ, ਤੂਫ ਵੱਟੀ ਰੱਖ ਕੇ ਮੂਰਤੀ ਦੇ ਅੱਗੇ ਆਰਤੀ ਕਰਦੇ ਨੇ, ਉਸ ਤਰ੍ਹਾਂ ਆਰਤੀ ਨਹੀਂ ਕੀਤੀ ਜਾਂਦੀ। ਇੱਥੇ ਜਿਹੜੀ ਆਰਤੀ ਹੈ ਉਹ ਨਿਰਗੁਣ ਸਰਗੁਣ ਸਰੂਪ ਪਰਮਾਤਮਾ ਦੀ, ਅਕਾਲ ਪੁਰਖ ਦੀ ਕੀਤੀ ਜਾਂਦੀ ਹੈ, ਉਸ ਦੀ ਵਡਿਆਈ ਕੀਤੀ ਜਾਂਦੀ ਹੈ, ਜਿਸ ਨੂੰ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਨਿਰਗੁਣ ਸਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੇਲੇ ਜਿਹੜੀ ਧਰਮਸ਼ਾਲ ਹੋਇਆ ਕਰਦੀ ਸੀ ਉਹ ਕੱਚੀ ਮਿੱਟੀ ਦੀ ਹੋਇਆ ਕਰਦੀ ਸੀ। ਇਹੀ ਕਾਰਨ ਕਿ ਜਦੋਂ ਇਤਿਹਾਸ ਪੜ੍ਹਦੇ ਹਾਂ ਤੇ ਕਈ ਵਾਰ ਜ਼ਿਕਰ ਆਉਂਦਾ ਹੈ ਬਹੁਤ ਜ਼ਿਆਦਾ ਬਾਰਿਸ਼ ਹੋਈ, ਤੂਫਾਨ ਆਇਆ ਤੇ ਸਰਦੀ ਦੀ ਰੁੱਤ ਦੇ ਵਿੱਚ ਕਰਤਾਰਪੁਰ ਸਾਹਿਬ ਦੀ ਧਰਮਸ਼ਾਲਾ ਦੀ ਦੀਵਾਰ ਥੱਲੇ ਜ਼ਮੀਨ ਤੇ ਡਿੱਗ ਪਈ। ਫਿਰ ਭਾਈ ਲਹਿਣਾ ਜੀ ਉਸ ਦੀਵਾਰ ਨੂੰ ਤਿਆਰ ਕਰਦੇ ਨੇ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਵੇਲਾ ਆਉਂਦਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪੁਰਖਾ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਖਡੂਰ ਸਾਹਿਬ ਨਗਰ ਨੂੰ ਵਸਾਉਣਾ ਕਰੋ। ਇਤਿਹਾਸ ਦੇ ਅਨੁਸਾਰ ਖਡੂਰ ਸਾਹਿਬ ਨਗਰ ਪਹਿਲਾਂ ਵਸਦਾ ਹੈ, ਉੱਥੇ ਲੋਕ ਰਹਿੰਦੇ ਨੇ, ਉੱਥੇ ਘਰ ਨੇ ਤੇ ਇੱਥੇ ਕਿਹੜੀ ਗੱਲ ਹੈ ਜਿਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ ਕਿ ਖਡੂਰ ਸਾਹਿਬ ਨਗਰ ਨੂੰ ਜਾ ਕੇ ਵਸਾਓ।
लोग तां अपने आप दे विच सारे वसदे ने, घरां दे विच रहिंदे ने, 2-3 टाइम दा वक्त दा प्रसाद पानी छकदे ने, पर उस नूं वसना नहीं आख्या जांदा। धर्म दे अनुसार वसना वो है जिथे अकाल पुरख की इबादत होवे ते जिथे परोपकार दे भलाई दे कारज कीते जांदे होण, सगों अपने जीवन दे वल ना वेख के दूजियां दे जीवन नूं सवारन दे वल ध्यान दिता जावे, उस नूं कहा जांदा ये नगर वसदा है। हजूर कहंदे ने जिथे नाम जपीए मेरे गोइंदा, जिथे नाम न जपीए मेरे गोइंदा, सही नगर उजाड़ी जियो। हजूर कहंदे ने जिथे नाम जपिया मेरे प्यारे से आसल सोई चौबारे, जिथे नाम जपिया जाता है वो जेड़े अस्थान ने वो सोहने चुबारियां की तरह ने। ते भाई लहणा जी खडूर साहब नगर आए ने, उत्थे आके गुरु नानक साहब महाराज जी के मत का प्रचार किया है। ते रामकली की वार दे विच बाबा राय बलवंत ते बाबा सत्ता जी की जो वार है उस विच आपां पढ़दे हां, फेर वसाया फेर वाण, सतगुरु खाडूर, जप तप संजम नाल तुद, होर मुच गुरूर। खडूर साहब नगर नूं वसाया है, पर किस तरीके दे नाल वसाया है? बाबा जी कहंदे ने उन्हां दे नाल शुभ गुण आए ने, उन्हां दे कोल जप है, तप है, संजम है, सत है, संतोख है, दया है, धर्म है, धीरज है। इन्हां शुभ गुणां दे नाल खडूर साहब नगर नूं वसाया है। फेर वसाया फेर वाण, सतगुरु खाडूर, जप तप संजम नाल तुद, होर मुच गुरूर। पर दूजे लोकां दे नाल केवल गरूर है, अहंकार है, जिस नाल वो आप भी उजड़ जांदे ने। फेर वसाया फेर वाण, सतगुरु खाडूर, जप तप संजम नाल तुद, होर मुच गुरूर। लभ विनाहे मानसा जो पानी बूर, किसे दे नाल लभ वसदा है उसका नाश हो जाता है। जिवें पानी दे विच जाला होवे ते पानी दे विच जाला पैण दे नाल वो पानी पीण दे योग नहीं रहिंदा, वरतन दे योग नहीं रहिंदा। इसे तरह जिस दे जीवन दे विच लभ आ जावे, बाबा जी कहते हैं उसका जीवन नाश हो जाता, खत्म हो जाता है। लभ विनाहे मानसा जो पानी बूर, वरे दरग गुरु की कुदरती नूर। गुरु की दरगाह दे विच खाजूरी दे विच कुदरती नूर झड़दा है, वरसदा है। वरे दरग गुरु की कुदरती नूर, जे तसो हाथ लभई तू ओ ठरूर। तेरे कोल ऐसी शांति है, ऐसी ठंडक है, जिस बाबत बाबा जी कहते ने कि उसकी था नहीं पाई जा सकती, उसका अंत नहीं पाया जा सकता। जे तसो हाथ न लभई तू ओ ठरूर। नौ निध नाम निधान है, तुद विच भरपूर। तेरे कोल 9 खजाने ने, तेरे कोल नाम का खजाना है। 9 निध नाम निधान है, तुद विच भरपूर। निंदा तेरी जो करे सो वन्नै चूर। जेड़ा मनुख तेरी निंदा करता है उसका नाश हो जाता है, उसका खात्मा हो जाता है। निंदा तेरी जो करे सो वन्नै चूर। नेड़ा दिसै मात लोक तुद सुझै दूर। संसार के लोगों को केवल इस संसार के पदार्थ बहुत ज़्यादा नेड़े दिखाई देंदे ने। मनुख समझदा है कि जिहड़े पदार्थ ने ये मेरे नाल रहणगे, ये घर नाल रहेगा, ये होर जो जायदाद है नाल रहेगी। पर बाबा जी कहंदे ने कि सतगुरु नूं बहुत ज़्यादा दूर भी दिखाई देंदा है, क्योंकि हजूर अंतरजामी ने, घट घट के जानने वाले ने। नेड़ा दिसै मात लोग तुद सुझै दूर। फेर वसाया फेर वाण, सतगुरु खाडूर। खडूर साहब हजूर ने धर्मशाला कायम की है, जिथे आके रबाबिया ने कीर्तन गायन किया है, उत्थे लंगर प्रथा आरंभ हुई है। ते बाबा लहणा जी धन गुरु अंगद साहब जी बन के गुरगद्दी ते सुभाएमान हुंदे ने। ते हजूर दे महल माता खीवी जी आप
ਲੰਗਰ ਦੇ ਵਿੱਚ ਜਾ ਕੇ ਲੰਗਰ ਦੀ ਸੇਵਾ ਕਰਦੇ ਨੇ। ਕਈ ਵਾਰ ਆਪ ਆਪਣੇ ਹੱਥਾਂ ਦੇ ਨਾਲ ਖੀਰ ਤਿਆਰ ਕਰਦੇ ਨੇ। ਤੇ ਬਾਬਾ ਜੀ ਨੇ ਉਹਨਾਂ ਦਾ ਜ਼ਿਕਰ ਵੀ ਕੀਤਾ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਬਾਬਾ ਜੀ ਕਹਿੰਦੇ ਨੇ ਕਿ ਮਾਤਾ ਖੀਵੀ ਜੀ ਦੇ ਕੋਲ ਬਹੁਤ ਜ਼ਿਆਦਾ ਸ਼ਾਂਤੀ ਹੈ, ਠੰਡਕ ਹੈ। ਇੰਨੀ ਜ਼ਿਆਦਾ ਠੰਡਕ ਹੈ ਜਿਵੇਂ ਬਹੁਤ ਵੱਡਾ ਕੋਈ ਰੁੱਖ ਹੋਵੇ, ਬਹੁਤ ਜ਼ਿਆਦਾ ਸੰਘਣਾ ਰੁੱਖ ਹੋਵੇ, ਤੇ ਜਿਹੜਾ ਕੋਈ ਗਰਮੀ ਦੇ ਦਿਨਾਂ ਦੇ ਵਿੱਚ ਆ ਕੇ ਉਸ ਰੁੱਖ ਦੇ ਥੱਲੇ ਬੈਠਦਾ ਹੈ ਉਸ ਨੂੰ ਬਹੁਤ ਜ਼ਿਆਦਾ ਚੈਨ ਆਉਂਦਾ ਹੈ, ਗਰਮੀ ਤੋਂ ਰਾਹਤ ਮਿਲਦੀ ਹੈ। ਜਿਹੜਾ ਵਿਕਾਰਾਂ ਦੇ ਨਾਲ ਜਲ ਰਿਹਾ ਹੋਵੇ, ਸੜ ਰਿਹਾ ਹੋਵੇ, ਕ੍ਰੋਧ ਦੇ ਵਿੱਚ ਸੜ ਰਿਹਾ ਹੋਵੇ, ਮਾਤਾ ਖੀਵ ਜੀ ਦੇ ਕੋਲ ਆ ਕੇ ਬੈਠਦਾ ਹੈ ਤਾਂ ਉਸਦਾ ਕ੍ਰੋਧ ਸ਼ਾਂਤ ਹੋ ਜਾਂਦਾ ਹੈ, ਵਾਸ਼ਨਾ ਸ਼ਾਂਤ ਹੋ ਜਾਂਦੀ ਹੈ, ਲੱਭ ਲੋਭ ਸ਼ਾਂਤ ਹੋ ਜਾਂਦਾ ਹੈ, ਅਹੰਕਾਰ ਸ਼ਾਂਤ ਹੋ ਜਾਂਦਾ ਹੈ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਵਕਤ ਆਇਆ ਤੇ ਖਜ਼ੂਰ ਨੇ ਬਿਆਸਾ ਦਰਿਆ ਦੇ ਕੰਢੇ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਦੇ ਨਾਲ ਗੋਇੰਦਵਾਲ ਸਾਹਿਬ ਨਗਰ ਦੀ ਉਸਾਰੀ ਕੀਤੀ ਹੈ। ਉੱਥੇ ਧਰਮਸ਼ਾਲਾ ਕਾਇਮ ਹੋਈ ਹੈ। ਧਰਮਸ਼ਾਲਾ ਕਾਇਮ ਹੋਈ, ਭੱਟ ਸਾਹਿਬ ਜੀ ਆਏ ਨੇ ਤੇ ਭੱਟ ਸਾਹਿਬਾਨ ਨੇ ਆ ਕੇ ਉੱਥੇ ਸਵਈਏ ਉਚਾਰਨ ਕੀਤੇ ਨੇ। ਤੇ ਜਦੋਂ ਗੋਇੰਦਵਾਲ ਸਾਹਿਬ ਦੀ ਚਹਿਲ ਪਹਿਲ ਹੋਈ, ਉੱਥੇ ਠਾਠ ਬਾਠ ਵਧੀ, ਸ਼ੋਭਾ ਵਧੀ ਕਿ ਉਸ ਠਾਠ ਬਾਠ ਨੂੰ ਵੇਖ ਕੇ ਭੱਟ ਸਾਹਿਬ ਜੀ ਕਹਿੰਦੇ ਨੇ, ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਿਵਨ ਕੀ ਬੰਤਤ ਸਿੱਧ ਕਉ ਬਿਦ ਮਿਲਾਇਓ। ਗੁਰੂ ਦਾ ਮੁਖੜਾ ਵੇਖ ਕੇ, ਚਿਹਰਾ ਵੇਖ ਕੇ ਪਤਾ ਨਹੀਂ ਕਿੰਨੇ ਜਨਮਾਂ ਦੀ ਜਿਹੜੀ ਪਿਆਸ ਸੀ ਉਹ ਖਤਮ ਹੋ ਗਈ ਹੈ। ਮੈਂ ਅੰਦਰੋਂ ਰੱਜ ਗਿਆ ਹਾਂ। ਨਾਮ ਅੰਮ੍ਰਿਤ ਪੀਣ ਦੀ ਬੜੇ ਲੰਮੇ ਚਿਰਾਂ ਦੀ, ਬੜੇ ਲੰਮੇ ਸਮੇਂ ਦੀ ਅਭਿਲਾਸ਼ਾ ਸੀ, ਤਾਂਘ ਸੀ। ਅੱਜ ਉਹ ਤਾਂਘ ਮੇਰੀ ਪੂਰੀ ਹੋ ਗਈ ਹੈ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਬਹੁਤ ਵੱਡਾ ਸੁਖ ਪ੍ਰਾਪਤ ਹੋਇਆ। ਹੁਤੀ ਜੋ ਪਿਆਸ ਪਿਊਸ ਪਿਵਨ ਕੀ ਬੰਚਤ ਸਿੱਧ ਕਉ ਬਿਦ ਮਿਲਾਇਓ, ਪੂਰਨ ਭੋਮਨ ਠੌਰ ਬਸੋ ਰਸ ਬਾਸ਼ਨ ਸਿਉ ਜੋ ਦਾਹੰਗ ਰਿਸ਼ਤਾਇਓ। ਮੇਰਾ ਮਨ ਰੱਜ ਗਿਆ ਹੈ। ਜਿਹੜਾ ਮਨ ਵਾਸ਼ਨਾ ਦੇ ਪਿੱਛੇ ਦੌੜਦਾ ਸੀ, ਪਦਾਰਥਾਂ ਦੇ ਪਿੱਛੇ ਦੌੜਦਾ ਸੀ, ਅੱਜ ਉਹ ਮਨ ਵੀ ਇੱਕ ਥਾਂ ਤੇ ਟਿਕ ਚੁੱਕਾ ਹੈ। ਪੂਰਨ ਭੋਮਨ ਠੌਰ ਬਸੋ ਰਸ ਬਾਸ਼ਨ ਸਿਉ ਜੋ ਦਾਹੰਗ ਰਿਸ਼ਤਾਇਓ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲਿਨ ਤੀਰ ਵਿਪਾਸ ਬਣਾਇਓ। ਭੱਟ ਜੀ ਕਹਿੰਦੇ ਨੇ ਕਿ ਪਾਣੀਆਂ ਦੇ ਕੰਢਿਆਂ ਦੇ ਉੱਤੇ ਵਸਣ ਵਾਲਾ ਇਹ ਨਗਰ ਗੋਇੰਦਵਾਲ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਸ ਗੋਬਿੰਦ ਦੀ ਪਰਮਾਤਮਾ ਦੀ ਪੁਰੀ ਹੋਵੇ, ਅਕਾਲ ਪੁਰਖ ਦਾ ਘਰ ਹੋਵੇ, ਪਰਮਾਤਮਾ ਦਾ ਟਿਕਾਣਾ ਹੋਵੇ। ਕਿਉਂ? ਕਿਉਂਕਿ ਇੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵਸਦੇ ਨੇ, ਜਿਨ੍ਹਾਂ ਦੇ ਬਾਬਤ ਭੱਟ ਜੀ ਕਹਿੰਦੇ ਨੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਹਾਂ ਕਹਾਂ ਤਹਾਂ ਭਰਪੂਰ ਸ਼ਬਦ ਦੀਪਕ ਦੀਪਾਇਓ। ਇਹ ਜਿਹੜਾ ਸਵਈਆ ਹੈ ਦਰਅਸਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਿਫਤ ਵਿੱਚ ਭੱਟ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਪਰ ਆਪਾਂ ਇਸ ਸਵਈਏ ਨੂੰ ਅਣਜਾਣ ਹੋ ਕੇ ਨਾ ਸਮਝੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿਫਤ ਦੇ ਨਾਲ ਜੋੜਦੇ ਹਾਂ। ਪਰ ਇਹ ਸਵਈਆ ਧੰਨ ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ ਉਚਾਰਨ ਕੀਤਾ ਹੋਇਆ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਹੈ, ਧਰਮਸ਼ਾਲਾ ਕਾਇਮ ਹੋਈ ਹੈ ਤੇ ਜਿਹੜੀ ਸਿੱਖੀ ਦੀ ਚਰਚਾ ਦੂਰ ਦੂਰ ਤੱਕ ਫੈਲ ਚੁੱਕੀ ਹੈ। ਜਿਸ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਿੱਖੀ ਦਾ ਪ੍ਰਚਾਰ ਕਰਨ ਦੇ ਵਾਸਤੇ 22 ਮੰਜੀਆਂ ਥਾਪਣੀਆਂ ਪਈਆਂ, 52 ਪੀੜੇ ਥਾਪਣੇ ਪਏ। 22 ਮੰਜੀਆਂ ਸਿੱਖੀ ਦੇ ਵੱਡੇ ਕੇਂਦਰ ਹੋਇਆ ਕਰਦੇ ਸਨ। 52 ਪੀੜੇ ਪ੍ਰਚਾਰ ਦੇ ਛੋਟੇ ਕੇਂਦਰ ਹੋਇਆ ਕਰਦੇ ਸਨ। 52 ਪੀੜਿਆਂ ਦੇ ਉੱਪਰ ਬਹੁਤ ਸਾਰੀਆਂ ਸਿੱਖ ਬੀਬੀਆਂ ਨੂੰ ਲਾਇਆ ਗਿਆ,
ਮੰਜੀਦਾਰ ਥਾਪਿਆ ਗਿਆ ਜੋ ਬੀਬੀਆਂ ਪ੍ਰਚਾਰ ਕਰਦੀਆਂ ਸਨ। ਹਜ਼ੂਰ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਜ਼ਾਤ ਪਾਤ ਨੂੰ ਖਤਮ ਕਰਨ ਦੇ ਵਾਸਤੇ 84 ਪੌੜੀਆਂ ਵਾਲੀ ਬੌਲੀ ਦੀ ਉਸਾਰੀ ਕਰਵਾਈ ਹੈ। ਜਦੋਂ ਅਹੰਕਾਰੀ ਜ਼ਾਤ ਵਾਲਿਆਂ ਨੇ, ਬ੍ਰਾਹਮਣ ਲੋਕਾਂ ਨੇ, ਖੱਤਰੀ ਲੋਕਾਂ ਨੇ ਸਿੱਖਾਂ ਦੇ ਨਾਲ ਈਰਖਾ ਕਰਕੇ ਸਿੱਖਾਂ ਦੇ ਮਿੱਟੀ ਦੇ ਘੜੇ ਭੰਨਣੇ ਸ਼ੁਰੂ ਕੀਤੇ, ਮਸ਼ਕਾਂ ਨੂੰ ਤੀਰਾਂ ਦੇ ਨਾਲ ਵਿੰਨਣਾ ਆਰੰਭ ਕੀਤਾ, ਸਿੱਖਾਂ ਦੀਆਂ ਗਾਗਰਾਂ ਨੂੰ ਜਦੋਂ ਤੀਰਾਂ ਦੇ ਨਾਲ ਸੁੱਟਣਾ ਸ਼ੁਰੂ ਕੀਤਾ ਤੇ ਮਹਾਰਾਜ ਜੀ ਨੇ ਬੌਲੀ ਦੀ ਉਸਾਰੀ ਕਰਵਾਈ ਹੈ। ਉਸ ਤੋਂ ਬਾਅਦ ਲੰਗਰ ਪ੍ਰਥਾ ਹਜ਼ੂਰ ਨੇ ਉਸੇ ਤਰ੍ਹਾਂ ਜਾਰੀ ਰੱਖੀ ਹੈ ਤੇ ਲੰਗਰ ਦੇ ਵਿੱਚ ਆ ਕੇ ਭਾਰਤ ਵਰਸ਼ ਦੇ ਅਕਬਰ ਵਰਗੇ ਬਾਦਸ਼ਾਹ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਨੇ ਤੇ ਹਜ਼ੂਰ ਕਈ ਵਾਰ ਉਪਦੇਸ਼ ਵੀ ਕਰਦੇ ਨੇ, ਪਹਿਲਾ ਪੰਗਤ ਪਾਛੈ ਸੰਗਤ। ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਕੇ ਆਪਣੇ ਅੰਦਰੋਂ ਜ਼ਾਤ ਪਾਤ ਦੇ ਅਹੰਕਾਰ ਨੂੰ, ਕਪਟ ਨੂੰ ਦੂਰ ਕਰਕੇ ਫਿਰ ਸੰਗਤ ਵਿੱਚ ਆਓ, ਕਿਉਂਕਿ ਜਿੰਨਾ ਚਿਰ ਤੱਕ ਅੰਦਰ ਛਲ ਹੈ, ਕਪਟ ਹੈ, ਜ਼ਾਤ ਪਾਤ ਦਾ ਅਹੰਕਾਰ ਹੈ, ਸੰਗਤ ਦੇ ਵਿੱਚ ਬੈਠ ਕੇ ਸ਼ਾਂਤੀ ਨਹੀਂ ਮਿਲੇਗੀ, ਚੈਨ ਨਹੀਂ ਮਿਲੇਗਾ। ਤੇ ਮਹਾਰਾਜ ਕਈ ਵਾਰ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਕੌਤਕ ਕਰਦੇ ਨੇ, ਕੌਤਕ। ਅੱਜ ਮਹਾਰਾਜ ਜੀ ਨੇ ਐਲਾਨ ਕੀਤਾ, ਜਿਹੜਾ ਪੰਗਤ ਵਿੱਚ ਬੈਠ ਕੇ ਉੱਚੀ ਜ਼ਾਤ ਵਾਲਾ ਬ੍ਰਾਹਮਣ ਕੋਈ ਪ੍ਰਸ਼ਾਦਾ ਛਕੇਗਾ ਉਸ ਨੂੰ 1 ਰੁਪਇਆ ਮਿਲੇਗਾ। ਕਈ ਆਏ, ਉਹਨਾਂ ਨੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ, ਆਪਣੇ ਅਹੰਕਾਰ ਨੂੰ ਦੂਰ ਕਰ ਲਿਆ ਹੈ। ਪਰ ਕੁਝ ਅੜੀਅਲ ਸੁਭਾਅ ਦੇ ਕਈ ਜ਼ਿੱਦੀ ਬੰਦੇ, ਹੱਠੀ ਬੰਦੇ ਨਹੀਂ ਆਏ। ਫਿਰ ਮਹਾਰਾਜ ਜੀ ਨੇ ਐਲਾਨ ਕੀਤਾ, ਜਿਹੜਾ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇਗਾ ਉਸ ਨੂੰ 5 ਰੁਪਏ ਇਨਾਮ ਮਿਲੇਗਾ। 5 ਰੁਪਏ ਉਸ ਸਮੇਂ ਬਹੁਤ ਵੱਡੀ ਰਕਮ ਹੋਇਆ ਕਰਦੀ ਸੀ ਤੇ ਕਈ ਬ੍ਰਾਹਮਣ ਲੋਕ ਆਏ, ਉਹਨਾਂ ਨੇ ਪ੍ਰਸ਼ਾਦਾ ਛਕਿਆ, ਆਪਣੇ ਜ਼ਾਤ ਪਾਤ ਦੇ ਅਹੰਕਾਰ ਨੂੰ ਦੂਰ ਕਰ ਲਿਆ। ਪਰ ਇਸੇ ਨਗਰ ਦੇ ਵਿੱਚ ਇੱਕ ਹਰੀ ਰਾਮ ਤਪਾ ਰਹਿੰਦਾ ਸੀ, ਜਿਸ ਤਪੇ ਨੂੰ ਆਪਣੀ ਜ਼ਾਤ ਦਾ ਬਹੁਤ ਅਹੰਕਾਰ ਸੀ ਕਿ ਮੈਂ ਬ੍ਰਾਹਮਣ ਹਾਂ, ਮੈਂ ਬਹੁਤ ਵੱਡਾ ਵਿਦਵਾਨ ਹਾਂ, ਸ਼ਾਸਤਰਾਂ ਦਾ, ਵੇਦਾਂ ਦਾ ਗਿਆਤਾ ਹਾਂ, ਮੇਰੇ ਕੋਲ ਸੰਸਕ੍ਰਿਤ ਭਾਸ਼ਾ ਦਾ ਗਿਆਨ ਹੈ, ਮੈਂ ਤੇ ਖੁਦ ਦੂਜਿਆਂ ਦੇ ਘਰਾਂ ਦੇ ਵਿੱਚ ਜਾ ਕੇ ਉਪਦੇਸ਼ ਕਰਦਾ, ਪ੍ਰਚਾਰ ਕਰਦਾ, ਲੋਕ ਮੈਨੂੰ ਪ੍ਰਸ਼ਾਦੇ ਵਾਸਤੇ ਬੁਲਾਉਂਦੇ ਨੇ, ਮੇਰਾ ਸਤਿਕਾਰ ਕਰਦੇ ਨੇ, ਅਦਬ ਕਰਦੇ ਨੇ ਤੇ ਆਪਣੀ ਜੇਬ ਦੇ ਵਿੱਚੋਂ ਕੱਢ ਕੇ ਕਈ ਵਾਰ ਕੁਝ ਰੁਪਏ ਵੀ ਦੇ ਦਿੰਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਐਲਾਨ ਕੀਤਾ ਤੇ ਉਸ ਦਿਨ ਇਹ ਜਿਹੜਾ ਹਰੀ ਰਾਮ ਤਪਾ ਸੀ, ਇਹ ਕਿਸੇ ਜਜਮਾਨ ਦੇ ਘਰ ਦੇ ਵਿੱਚ ਪ੍ਰਸ਼ਾਦਾ ਛਕਣ ਵਾਸਤੇ ਗਿਆ ਹੋਇਆ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਐਲਾਨ ਕੀਤਾ ਕਿ ਜਿਹੜਾ ਕੋਈ ਆਪਣੇ ਜ਼ਾਤ ਬਿਰਾਦਰੀ ਦੇ ਅਹੰਕਾਰ ਨੂੰ ਛੱਡ ਕੇ ਲੰਗਰ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕੇਗਾ, ਉਸ ਨੂੰ ਸੋਨੇ ਦੀ 1 ਮੋਹਰ ਮਿਲੇਗੀ। ਕਈਆਂ ਦੇ ਮਨ ਦੇ ਵਿੱਚ ਲਾਲਚ ਆ ਗਿਆ, ਉਹ ਵੀ ਆ ਗਏ। ਹਰੀ ਰਾਮ ਤਪੇ ਨੂੰ ਪਤਾ ਲੱਗਾ, ਪਰ ਆਪਣੇ ਸੁਭਾਅ ਨੂੰ ਤਿਆਗਣ ਵਾਸਤੇ, ਆਦਤ ਨੂੰ ਤਿਆਗਣ ਵਾਸਤੇ ਤਿਆਰ ਨਹੀਂ ਹੋਇਆ। ਫਿਰ ਆਪਣੇ ਛੋਟੇ ਜਿਹੇ ਪੁੱਤਰ ਉਸ ਨੂੰ ਤਿਆਰ ਕੀਤਾ, ਕਹਿਣ ਲੱਗਾ, ਬੇਟਾ ਮੈਂ ਤੇ ਲੰਗਰ ਵਿੱਚ ਜਾ ਕੇ ਪ੍ਰਸ਼ਾਦਾ ਛਕਣ ਤੋਂ ਰਹਿ ਚੁੱਕਾ ਹਾਂ, ਪਰ ਤੂੰ ਲੰਗਰ ਦੇ ਵਿੱਚ ਜਾ ਕੇ ਪ੍ਰਸ਼ਾਦਾ ਛਕ ਸਕਦਾ ਹੈ, ਕਿਸੇ ਨੂੰ ਪਤਾ ਨਹੀਂ ਲੱਗੇਗਾ, ਤੂੰ ਇੱਕ ਸੋਨੇ ਦੀ ਮੋਹਰ ਲੈ ਕੇ ਵਾਪਸ ਆ ਜਾਈ। ਆਪਣੇ ਪੁੱਤਰ ਨੂੰ ਤਿਆਰ ਕੀਤਾ ਤੇ ਗੋਇੰਦਵਾਲ ਸਾਹਿਬ ਵਿੱਚ ਜਿਹੜਾ ਲੰਗਰ ਸੀ ਉਸ ਦੀ ਪਿਛਲੀ ਦੀਵਾਰ ਨੂੰ ਟਪਾ ਕੇ ਆਪਣੇ ਬੱਚੇ ਨੂੰ ਦੀਵਾਰ ਦੇ ਰਾਹੀਂ ਲੰਗਰ ਦੇ ਵਿੱਚ ਭੇਜਣ ਲੱਗਾ। ਇੱਕ ਤਾਂ ਬੱਚਾ ਛੋਟਾ ਸੀ, ਛੋਟਾ ਹੋਣ ਕਰਕੇ ਕਿਹਾ ਜਾਂਦਾ ਹੈ ਕਿ ਉਸ ਬੱਚੇ ਦੀ ਕੰਧ ਟੱਪਣ ਦੇ ਵੇਲੇ ਲੱਤ ਟੁੱਟ ਗਈ, ਉਸ ਦੀ ਜ਼ੁਬਾਨ ਤੋਂ ਉੱਚੀ ਸਾਰੀ ਆਵਾਜ਼ ਆਈ, ਚੀਕ ਨਿਕਲੀ, ਸੰਗਤ ਨੂੰ ਸੁਣਾਈ ਦਿੱਤੀ, ਪਤਾ ਲੱਗ ਗਿਆ।
ਤੇ ਜਿਹੜਾ ਹਰੀ ਰਾਮ ਦਾ ਪਾਸ ਸੀ ਉਗੜ ਗਿਆ। ਨਗਰ ਦੇ ਵਿੱਚ ਪਤਾ ਲੱਗ ਗਿਆ ਕਿ ਜਿਹੜਾ ਹਰੀ ਰਾਮ ਤਪਾ ਹੈ ਇਹ ਲੋਭ ਦੇ ਵਿੱਚ ਆ ਕੇ, ਲਾਲਚ ਦੇ ਵਿੱਚ ਆ ਕੇ ਆਪਣੇ ਪੁੱਤਰ ਨੂੰ ਇਸ ਨੇ ਗੋਇੰਦਵਾਲ ਸਾਹਿਬ ਨਗਰ ਇੱਥੇ ਲੰਗਰ ਦੇ ਵਿੱਚ ਭੇਜਿਆ, ਪ੍ਰਸ਼ਾਦਾ ਛਕਣ ਵਾਸਤੇ, ਮੋਹਰ ਲੈਣ ਦੇ ਵਾਸਤੇ। ਭਾਵੇਂ ਕਿ ਉਸ ਬੱਚੇ ਨੂੰ ਇੱਕ ਸੋਨੇ ਦੀ ਮੋਹਰ ਵੀ ਮਿਲ ਗਈ, ਪਰ ਗੁਰਬਾਣੀ ਦੇ ਵਿੱਚ ਹਰੀ ਰਾਮ ਤਪੇ ਦਾ ਜ਼ਿਕਰ ਆਉਂਦਾ ਹੈ ਕਿ ਉਹ ਕਿੰਨਾ ਵੱਡਾ ਲਾਲਚੀ ਹੈ, ਲੋਭੀ ਹੈ। ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਉਹਨੂੰ ਫਿਰੈ ਜਜਮਾਲਿਆ। ਅੱਗੋਂ ਦੇ ਸੱਦਿਆ ਸੱਤੈ ਦੀ ਭਿਖਿਆ ਲਏ ਨਾਹੀ, ਪਿੱਛੋਂ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ। ਫਿਰ ਹਜ਼ੂਰ ਕਹਿੰਦੇ ਨੇ ਕਿ ਪੰਜ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲੈ ਰਹਿ ਗਾਲਿਆ। ਜਿੱਥੇ ਥੋੜਾ ਧਨ ਵੇਖੈ ਤਿੱਥੈ ਤਪਾ ਭਿਟੈ ਨਾਹੀ, ਧਨ ਬਹੁਤੈ ਡਿਠੈ ਤਪੈ ਧਰਮ ਹਾਰਿਆ। ਭਾਈ ਇਹ ਤਪਾ ਨਾ ਹੋਈ, ਬਗੁਲਾ ਹੈ। ਬੈ ਸਾਧ ਜਨਾ ਵਿਚਾਰਿਆ, ਸਾਧ ਜਨਾਂ ਨੇ ਵਿਚਾਰ ਕੀਤੀ ਕਿ ਤਪਾ ਨਹੀਂ, ਅਸਲ ਦੇ ਵਿੱਚ ਬਗੁਲਾ ਹੈ, ਜਿਹੜਾ ਆਪਣੇ ਆਪ ਨੂੰ ਪੰਡਿਤ ਬ੍ਰਾਹਮਣ ਅਖਵਾਉਂਦਾ ਹੈ। ਸੰਖੇਪ ਦੇ ਵਿੱਚ ਅਰਜ਼ ਕਰਾਂ, ਧੰਨ ਗੁਰੂ ਰਾਮਦਾਸ ਪਿਤਾ ਜੀ ਦਾ ਵਕਤ ਆਇਆ, ਹਜ਼ੂਰ ਨੇ ਦਰਬਾਰ ਸਾਹਿਬ ਨਗਰ ਦੀ ਉਸਾਰੀ ਕਰਵਾਈ ਹੈ। ਖਿਮਾ ਕਰਨਾ, ਸਰੋਵਰ ਦੀ ਉਸਾਰੀ ਕਰਵਾਈ। ਧੰਨ ਗੁਰੂ ਅਰਜਨ ਸਾਹਿਬ ਪਿਤਾ ਜੀ ਨੇ ਸ਼੍ਰੀ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ ਹੈ। ਉਸਾਰੀ ਕਰਵਾਉਣ ਤੋਂ ਉਪਰੰਤ ਹਜ਼ੂਰ ਨੇ ਸਨ 1604 ਈਸਵੀ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੈ। ਇਹ ਯਾਦ ਰੱਖਣਾ ਕਿ ਪੰਜ ਪਾਤਸ਼ਾਹੀਆਂ ਦੇ ਵੇਲੇ ਇਸ ਧਰਮ ਅਸਥਾਨ ਦਾ ਨਾਮ ਧਰਮਸ਼ਾਲ ਰਿਹਾ ਹੈ। ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੇਲੇ ਧਰਮਸ਼ਾਲ ਦਾ ਨਾਮ ਤਬਦੀਲ ਹੋ ਕੇ ਗੁਰਦੁਆਰਾ ਸਾਹਿਬ ਰੱਖਿਆ ਗਿਆ, ਕਿਉਂਕਿ ਜਿੰਨਾ ਚਿਰ ਤੱਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ, ਨਾਮ ਧਰਮਸ਼ਾਲ। ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਦੁਆਰੇ ਦੇ ਅੰਦਰ, ਧਰਮਸ਼ਾਲ ਦੇ ਅੰਦਰ ਪ੍ਰਕਾਸ਼ ਹੋਇਆ ਤੇ ਨਾਮ ਉਸ ਦਾ ਗੁਰਦੁਆਰਾ ਸਾਹਿਬ ਹੋ ਗਿਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਦੇ ਨਾਲ ਪ੍ਰਚਾਰ ਹੋਣਾ ਵੀ ਆਰੰਭ ਹੋ ਗਿਆ। ਮੰਜੀ ਹਾਲ ਵਿਖੇ ਹਰ ਰੋਜ਼ ਧੰਨ ਗੁਰੂ ਅਰਜਨ ਸਾਹਿਬ ਜੀ ਉਪਦੇਸ਼ ਕਰਦੇ ਨੇ, ਤੇ ਜਿਹੜੇ ਸਿੱਖੀ ਦੇ ਵਿਰੋਧੀ ਨੇ, ਦੁਸ਼ਮਣ ਨੇ, ਉਹ ਸਿੱਖਾਂ ਦੇ ਪ੍ਰਚਾਰ ਤੋਂ ਕਈ ਵਾਰ ਈਰਖਾ ਕਰਕੇ, ਵਿਰੋਧ ਕਰਕੇ ਸ਼ਿਕਾਇਤਾਂ ਵੀ ਲਾਉਂਦੇ ਨੇ। ਦਰਬਾਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ, ਜਿਸ ਨਾਲ ਸਿੱਖਾਂ ਦਾ ਹਿਰਦਾ, ਇਹ ਦਿਲ ਜੁੜਿਆ ਹੋਇਆ ਹੈ। ਇਤਿਹਾਸ ਦੇ ਅਨੁਸਾਰ ਦਰਬਾਰ ਸਾਹਿਬ ਦੀ ਇਮਾਰਤ ਦੇ ਉੱਤੇ ਕਈ ਵਾਰ ਹਮਲੇ ਹੋਏ ਨੇ। ਸਨ 1740 ਈਸਵੀ ਦੇ ਵਿੱਚ ਮੱਸੇ ਰੰਘੜ ਦੇ ਵੱਲੋਂ ਸਭ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਟਿਕਾਣਾ ਕੀਤਾ ਗਿਆ। ਉੱਥੇ ਨਾਚੀਆਂ ਦਾ ਨਾਚ ਕਰਵਾਇਆ ਗਿਆ। ਉੱਥੇ ਬੈਠ ਕੇ ਉਸਨੇ ਮਦਿਰਾ ਪੀਤੀ, ਸ਼ਰਾਬ ਪੀਤੀ, ਤੇ ਸ਼ਰਾਬ ਪੀਣ ਤੋਂ ਬਾਅਦ ਉਸਨੇ ਕਈ ਕੁਕਰਮ ਕੀਤੇ। ਸਿੱਖਾਂ ਨੂੰ ਪਤਾ ਲੱਗਾ, ਭਾਈ ਸੁੱਖਾ ਸਿੰਘ ਜੀ, ਭਾਈ ਮਹਿਤਾਬ ਸਿੰਘ ਜੀ ਨੂੰ ਬੀਕਾਨੇਰ ਤੋਂ ਚੱਲ ਕੇ ਉਹਨਾਂ ਨੇ ਦਰਬਾਰ ਸਾਹਿਬ ਆ ਕੇ ਮੱਸੇ ਰੰਘੜ ਦਾ ਸਿਰ ਵੱਢਿਆ ਹੈ, ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕੀਤਾ ਹੈ। ਸਨ 1757 ਈਸਵੀ ਦੇ ਵਿੱਚ ਜਹਾਨ ਖਾਨ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ। ਦਰਬਾਰ ਸਾਹਿਬ ਦੀ ਇਮਾਰਤ ਨੂੰ ਢਾਇਆ ਗਿਆ। ਸਿੱਖਾਂ ਨੇ ਉਸ ਦਾ ਬਦਲਾ ਲੈਣ ਦੇ ਵਾਸਤੇ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਦਾ ਹੈ ਤੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਤੋਂ ਚੱਲ ਕੇ ਜਹਾਨ ਖਾਨ ਨੂੰ ਉਹ ਖਤਮ ਕਰਦੇ ਨੇ ਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰਦੇ ਨੇ। 1759 ਈਸਵੀ ਦੇ ਵਿੱਚ ਸਿੱਖ ਫਿਰ ਦੁਬਾਰਾ ਸ਼੍ਰੀ ਦਰਬਾਰ ਸਾਹਿਬ ਦੀ ਇਮਾਰਤ ਦੀ ਉਸਾਰੀ ਕਰਵਾਉਂਦੇ ਨੇ। 1762 ਈਸਵੀ ਦੇ ਵਿੱਚ ਫਿਰ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ ਤੇ ਫਿਰ ਉਸ ਇਮਾਰਤ ਨੂੰ ਢਾਇਆ ਜਾਂਦਾ ਹੈ। ਸਿੱਖਾਂ ਦੇ ਵੱਲੋਂ 1765 ਈਸਵੀ ਦੇ ਵਿੱਚ
फिर श्री दरबार साहब की इमारत की उसारी आरंभ की जाती है, जिस की संपूर्णता 1769 ईस्वी दे विच संपूर्ण हुंदी है। फिर जून के महीने दे विच 1984 ईस्वी दे विच समय की सरकार दे वल्लों श्री दरबार साहिब दे उपर श्री अकाल तख्त साहिब दे उपर तोपां दे गोलियां दे नाल टैंकां दे नाल हमला किया गया। ਜਿਹੜੇ निर्दोष उत्थे धन गुरु अर्जन साहब महाराज जी की शहीदी के संबंध दे विच आए हुए श्रद्धालु सन, संगतां सन, उन्हां दा भी परिक्रमा दे विच आउंदियां होइयां दा कतल किया गया। उन्हां दे उपर गोलियां चलाईयां गईयां। उत्थे ये नहीं वेख्या गया कि छोटा जिहा बच्चा है, ये बच्ची है, ये बीबी है, ये बजुर्ग है, जां ये निर्दोष है, इसका कसूर कोई नहीं। बिना जानिया सारियां दे उपर गोलियां चलाईयां गईयां। ते इतिहास के अनुसार 1 जून तो ही श्री अमृतसर साहब नगर की घेराबंदी की गई। 3 जून तो गोलाबारी होनी आरंभ हो गई। 4 जून नूं कहा जाता है 4:45 ते अमृत वेले पहला तोप का जिहड़ा गोला है वो श्री अकाल तख्त साहब के विहड़े दे विच आके डिग्गा है। सिख जिहड़े ने उन्होंने अपना मोर्चा कायम कर लिया है। बहुत सारे टकसाल दे सिंह जां होर जुझारू सिंह उन्होंने मोर्चे नूं सांभिया है। भावें सिखां दी गिणती बहुत घट है, पर फिर भी बड़ी दलेरी दे नाल, बड़ी हिम्मत दे नाल उन्होंने मुकाबला किया है। कई सिखां ने शहीदियां पा दित्तियां ने, शहीदी का जामा पी लिया है। ते फौज दे वल्लों श्री अकाल तख्त साहब की इमारत के उत्ते बार बार गोले चलाए जा रहे हैं। जिहड़ी श्री अकाल तख्त साहब की इमारत है वो जल रही है, सड़ रही है, अग लगी हुई है। ते जिहड़ा कोई वेखदा है उसका हिरदा वलूंदरिया जाता है कि ये वही अकाल तख्त साहब है जिस अकाल तख्त साहब के उपर आके आप मत्था टेकिया करते सन, दर्शन दीदारे करते सन, कि वही साडी इतिहासक इमारत है, ये तख्त है जिसनूं तोपां दे गोलियां दे नाल ढाया जा रहा है। दरबार साहब भाई साहब जी कीर्तन कर रहे सन। कीर्तन करदियां दे समय उन्हां दे गोली वजी है ते उसे समय वो शहीद हो गए ने। जिहड़ी श्री दरबार साहब उस दिन बीड़ प्रकाशमान सी, उस बीड़ दे उपर भी गोली लगी है। श्री जपजी साहब तो लैके श्री सुखमनी साहब की बाणी तक उस गोली का असर होया है। तो मैं 2 दिन पहला ही वेख रहा सा मीडिया दे, सोशल मीडिया दे विच जो श्री अकाल तख्त साहब वो बीड़ पावन इतिहासक बीड़ सुभाईमान है, जिस बीड़ का जून 1984 ईस्वी दे विच प्रकाश सी, उस बीड़ के दर्शन करवाए जा रहे सन। वो गोली अज भी संभाल के रखी हुई है कि आउण वालियां साडियां पीढ़ियां नूं पता लगे कि किवें धन श्री गुरु ग्रंथ साहब महाराज जी की बीड़ दे विच भी गोलियां मारियां गईयां, कीर्तन कर रहे सिंह दे उपर भी गोली चलाई गई, श्री अकाल तख्त साहब के उपर हमला किया गया। ते जिहड़े धन श्री गुरु ग्रंथ साहिब महाराज जी दे विचों पावन अंग कतरा कतरा हो के थले डिगे, उन्हां पावन अंगां दे कतरियां नूं इकट्ठा करके भी साम के इतिहासक तौर के उत्ते साम के रखा गया है। आप जी श्री अकाल तख्त साहब जाके दर्शन कर सकते हो। फिर सिखां दा इन्ना वड्डा नुकसान होया, जिहड़ी सिखां दी सब तो वड्डी लाइब्रेरी सी जिसका नाम सिख रैफरेंस लाइब्रेरी, उस लाइब्रेरी दियां बहुत सारियां पुस्तकां किताबां, बहुत धार्मिक ग्रंथ जो बहुत वड्डे दस्तावेज सन, उन्हां दस्तावेज़ां नूं
ਜਿਹੜੇ ਹੱਥ ਲਿਖਤ ਪਾਵਨ ਲੜੀਵਾਰ ਸਰੂਪ ਸਨ, ਉਹਨਾਂ ਨੂੰ ਵੀ ਸਾੜ ਦਿੱਤਾ ਗਿਆ। ਅੱਜ ਸਾਡੇ ਕੋਲ ਕਈ ਐਸੇ ਇਤਿਹਾਸਕ ਸਰੋਤ ਖਤਮ ਹੋ ਚੁੱਕੇ ਨੇ। ਜਿਹੜੇ ਤੋਸ਼ੇਖਾਨੇ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੱਲੋਂ ਭੇਟਾ ਕੀਤੀ ਹੋਈ ਚਾਨਣੀ ਚੰਦੋਆ ਸਾਹਿਬ ਬਹੁਤ ਬਹੁਮੁੱਲਾ, ਬਹੁਤ ਬੇਸ਼ਕੀਮਤੀ ਪਿਆ ਹੋਇਆ ਸੀ, ਹੀਰਿਆਂ ਦੇ ਨਾਲ ਜੜਿਆ ਹੋਇਆ, ਉਸ ਨੂੰ ਵੀ ਸਾੜ ਕੇ ਰਾਖ ਕਰ ਦਿੱਤਾ ਗਿਆ। ਬਹੁਤ ਸਾਰੇ ਸਿੱਖਾਂ ਦੀਆਂ ਨਿਸ਼ਾਨੀਆਂ ਖਤਮ ਕਰ ਦਿੱਤੀਆਂ ਗਈਆਂ। ਤੇ ਡਾਕਟਰ ਰਤਨ ਸਿੰਘ ਜੱਗੀ ਸਿੱਖ ਵਿਸ਼ਵ ਕੋਸ਼ ਦੇ ਵਿੱਚ ਕਹਿੰਦੇ ਨੇ ਕਿ 5000 ਦੇ ਕਰੀਬ ਉੱਥੇ ਸਿੱਖਾਂ ਦੀਆਂ ਸੰਗਤਾਂ ਦੀਆਂ ਸ਼ਹਾਦਤਾਂ ਹੋਈਆਂ ਨੇ, ਜਿਨ੍ਹਾਂ ਨੂੰ ਗਿਣਨਾ ਵੀ ਮੁਸ਼ਕਿਲ ਸੀ, ਬਹੁਤ ਕਠਿਨ ਸੀ। ਦਰਬਾਰ ਸਾਹਿਬ ਬਹੁਤ ਸਾਰੇ ਸਿੱਖਾਂ ਨੇ ਸ਼ਹੀਦੀ ਦਿੱਤੀ ਹੈ। ਸਿੱਖਾਂ ਦੇ ਉੱਪਰ ਬਹੁਤ ਜ਼ਬਰ ਦੇ ਨਾਲ ਹਮਲਾ ਕੀਤਾ ਗਿਆ। ਕਿਸੇ ਦੇ ਉੱਪਰ ਗੋਲੀ ਚਲਾਈ ਜਾ ਰਹੀ ਹੈ, ਤੋਪ ਦਾ ਗੋਲਾ ਚਲਾਇਆ ਜਾ ਰਿਹਾ, ਜ਼ਹਿਰੀਲੀਆਂ ਗੈਸਾਂ ਛੱਡੀਆਂ ਜਾ ਰਹੀਆਂ ਨੇ। ਸਿੱਖ ਪੰਥ ਇਸ ਨੂੰ ਬਲਿਊ ਸਟਾਰ ਦਾ ਨਾਮ ਦਿੰਦੇ ਕਿ ਸਾਡੇ ਉੱਪਰ ਨੀਲੀਆਂ ਪੱਗਾਂ ਹੋਣ ਦੇ ਕਾਰਨ ਹਮਲਾ ਕੀਤਾ ਗਿਆ ਕਿ ਇਹਨਾਂ ਨੀਲੀਆਂ ਪੱਗਾਂ ਵਾਲਿਆਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਨੀਲਾ ਤਾਰਾ, ਇਸ ਨੂੰ ਸਾਕਾ ਨੀਲਾ ਤਾਰਾ ਦਾ ਨਾਮ ਵੀ ਦਿੱਤਾ ਜਾਂਦਾ ਹੈ। ਘੱਲੂ ਘਾਰਾ ਦਾ ਨਾਮ ਵੀ ਦਿੱਤਾ ਜਾਂਦਾ ਹੈ। ਘੱਲੂ ਘਾਰੇ ਦਾ ਅਰਥ ਭਾਈ ਕਾਨ ਸਿੰਘ ਨਾਭਾ ਜੀ ਨੇ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਦੇ ਵਿੱਚ ਕੀਤਾ ਹੈ, ਤਬਾਹੀ, ਸਰਬਨਾਸ਼, ਖਾਤਮਾ। ਪਹਿਲਾਂ ਸਿੱਖ ਪੰਥ ਦੇ ਅੰਦਰ 2 ਘੱਲੂ ਘਾਰੇ ਹੋਏ ਨੇ। ਇੱਕ ਗੁਰਦਾਸਪੁਰ ਦੇ ਵਿੱਚ ਕਾਹਨੂੰਵਾਨ ਦੀ ਠੰਬ ਹੈ, ਜੋ ਕਿ 1746 ਈਸਵੀ ਦੇ ਵਿੱਚ ਘੱਲੂ ਘਾਰਾ ਵਾਪਰਿਆ। ਉਸ ਨੂੰ ਛੋਟਾ ਘੱਲੂ ਘਾਰਾ ਕਿਹਾ ਜਾਂਦਾ ਹੈ। ਇੱਕ ਘੱਲੂ ਘਾਰਾ 1762 ਈਸਵੀ ਦੇ ਵਿੱਚ ਕੋਪਰਹੀੜੇ ਦੇ ਸਥਾਨ 'ਤੇ, ਜੋ ਮਲੇਰਕੋਟਲੇ ਦੇ ਕੋਲ ਪੈਂਦਾ, ਉੱਥੇ ਵਾਪਰਿਆ, ਜਿਸ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਤਕਰੀਬਨ 30,000 ਸਿੰਘਾਂ ਨੂੰ ਸ਼ਹੀਦ ਕੀਤਾ। ਉਸ ਨੂੰ ਵੱਡੇ ਘੱਲੂ ਘਾਰੇ ਦਾ ਨਾਮ ਦਿੱਤਾ ਜਾਂਦਾ ਹੈ। ਜੂਨ 1984 ਦੇ ਵਿੱਚ ਜੋ ਇਹ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਘੱਲੂ ਘਾਰਾ ਵਾਪਰਿਆ, ਇਸ ਨੂੰ ਤੀਜੇ ਘੱਲੂ ਘਾਰੇ ਦਾ ਨਾਮ ਸਿੱਖ ਪੰਥ ਦੇ ਅੰਦਰ ਦਿੱਤਾ ਜਾਂਦਾ ਹੈ। ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦੇ ਵਾਸਤੇ ਸਿੱਖਾਂ ਨੇ ਆਦਿ ਕਾਲ ਤੋਂ ਆਪਣੀਆਂ ਕੁਰਬਾਨੀਆਂ, ਸ਼ਹਾਦਤਾਂ ਦਿੱਤੀਆਂ ਨੇ। ਭਾਈ ਵੀਰ ਸਿੰਘ ਜੀ ਨੇ ਇੱਕ ਘਟਨਾ ਲਿਖੀ ਹੈ, ਉਹ ਕਹਿ ਕੇ ਸਮਾਪਤੀ ਕਰਨੀ ਹੈ, ਸਮਾਂ ਹੋ ਚੱਲਿਆ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਤੁਰਕਾਨੀ ਜ਼ੁਲਮ ਦੀ ਸਿਖਰ ਦੀ ਬਹੁਤ ਦੁਪਹਿਰ ਚੱਲ ਰਹੀ ਸੀ। ਤੁਰਕ ਜਿਹੜੇ ਨੇ ਬਹੁਤ ਸਿੱਖਾਂ ਦੇ ਉੱਪਰ ਜ਼ੁਲਮ ਕਰ ਰਹੇ ਸਨ, ਤੇ ਸਿੱਖ ਆਪਣੇ ਘਰਾਂ ਨੂੰ ਛੱਡ ਕੇ, ਆਪਣੇ ਪਰਿਵਾਰਾਂ ਨੂੰ ਛੱਡ ਕੇ, ਆਪਣੇ ਜੱਦੀ ਪਿੰਡ ਨੂੰ ਛੱਡ ਕੇ, ਨਗਰ ਨੂੰ ਛੱਡ ਕੇ, ਇਤਿਹਾਸਕ ਅਸਥਾਨਾਂ, ਗੁਰਦੁਆਰਿਆਂ ਨੂੰ ਛੱਡ ਕੇ, ਧਾਰਮਿਕ ਅਸਥਾਨਾਂ ਨੂੰ ਛੱਡ ਕੇ ਜੰਗਲਾਂ ਦੇ ਵਿੱਚ, ਬੇਲਿਆਂ ਦੇ ਵਿੱਚ, ਪਰਬਤਾਂ ਦੀਆਂ ਕੰਦਰਾਂ ਦੇ ਵਿੱਚ ਜਾਣ ਦੇ ਵਾਸਤੇ, ਬੀਆਬਾਨ ਇਲਾਕੇ ਦੇ ਵਿੱਚ ਜਾਣ ਦੇ ਵਾਸਤੇ ਮਜਬੂਰ ਹੋ ਗਏ। ਤੇ ਅੱਜ ਸਿੱਖਾਂ ਨੂੰ ਪਤਾ ਲੱਗਾ ਜਿਹੜਾ ਖਾਲਸਾ ਹੈ ਉਹ ਰਾਵੀ ਤੇ ਚਨਾਬ ਦੇ ਵਿਚਕਾਰ ਸਾਂਦਲਬਾਰ ਦੇ ਵਿੱਚ ਵਸ ਰਿਹਾ ਹੈ। ਉਹਨਾਂ ਨੇ ਟਿਕਾਣਾ ਕੀਤਾ ਹੋਇਆ। ਖਾਲਸੇ ਨੂੰ ਪਤਾ ਲੱਗਾ ਕਿ ਸ਼੍ਰੀ ਦਰਬਾਰ ਸਾਹਿਬ ਨਾ ਤੇ ਕੀਰਤਨ ਹੋ ਰਿਹਾ, ਨਾ ਕਈ ਦਿਨਾਂ ਤੋਂ, ਕਈ ਮਹੀਨਿਆਂ ਤੋਂ ਉੱਥੇ ਆਸਾ ਕੀ ਵਾਰ ਦਾ ਕੀਰਤਨ ਹੋਇਆ, ਨਾ ਉੱਥੇ ਸਾਫ਼ ਸਫਾਈ ਸੇਵਾ ਹੋਈ ਹੈ, ਨਾ ਉੱਥੇ ਕੋਈ ਦੀਵਾ ਬੱਤੀ ਹੋਈ ਹੈ, ਨਾ ਉੱਥੇ ਕੋਈ ਸੰਗਤ ਆ ਰਹੀ ਹੈ, ਸਗੋਂ ਉੱਥੇ ਫੌਜ ਦਾ ਪਹਿਰਾ ਹੈ। ਤੇ ਉਹ ਆਪਣੇ ਤਰੀਕੇ ਦੇ ਅਨੁਸਾਰ ਉੱਥੇ ਕਈ ਵਾਰ ਜੋੜੇ ਪਾ ਕੇ ਅੰਦਰ ਜਾਂਦੇ ਨੇ। ਪਵਿੱਤਰਤਾ ਨੂੰ ਅਪਵਿੱਤਰਤਾ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ। ਤੇ ਅੱਜ ਖਾਲਸੇ ਦੇ ਵਿੱਚੋਂ ਇੱਕ ਸਿੱਖ ਉੱਠੇ ਨੇ ਜਿਨ੍ਹਾਂ ਦਾ ਨਾਮ ਹੈ ਭਾਈ ਮਨਸ਼ਾ ਸਿੰਘ ਜੀ।
ਭਾਈ ਮਨਸ਼ਾ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਖਾਲਸਾ ਜੀਓ, ਮੈਂ ਤੁਹਾਡੇ ਕੋਲੋਂ ਅੱਜ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦੇ ਵਾਸਤੇ, ਸ਼ਹਾਦਤ ਪਾਉਣ ਦੇ ਵਾਸਤੇ ਆਗਿਆ ਲੈਣੀ ਹੈ। ਖਾਲਸੇ ਨੇ ਆਗਿਆ ਦਿੱਤੀ ਹੈ, ਭਾਈ ਮਨਸ਼ਾ ਸਿੰਘ ਜੀ ਸਾਂਦਲਬਾਰ ਤੋਂ ਘੋੜੇ ਦੇ ਉੱਪਰ ਸਵਾਰ ਹੋ ਕੇ ਅੱਜ ਸ਼੍ਰੀ ਦਰਬਾਰ ਸਾਹਿਬ ਨਗਰ ਦੇ ਬਾਹਰ ਆ ਕੇ ਖੜੇ ਹੋ ਗਏ ਨੇ। ਉਹਨਾਂ ਨੇ ਇੱਕ ਖਾਈ ਦੇ ਵਿੱਚ, ਇੱਕ ਟੋਏ ਦੇ ਵਿੱਚ ਨਿਵਾਸ ਕੀਤਾ ਹੈ। ਪਹਿਲਾਂ ਤੇ ਕੋਈ ਸਮਾਂ ਉਹਨਾਂ ਨੇ ਦਰਬਾਰ ਸਾਹਿਬ ਦੇ ਅੰਦਰ ਜੋ ਪਹਿਰਾ ਹੈ, ਉਸ ਪਹਿਰੇ ਨੂੰ ਵੇਖਿਆ, ਫੌਜ ਨੂੰ ਵੇਖਿਆ ਕਿ ਫੌਜ ਕਿੰਨਾ ਕੁ ਸਮਾਂ ਜਾਗਦੀ ਹੈ, ਕਿੰਨਾ ਕੁ ਸਮਾਂ ਸੁਚੇਤ ਰਹਿੰਦੀ ਹੈ। ਤੇ ਉਹਨਾਂ ਨੇ ਉਸ ਟੋਏ ਦੇ ਵਿੱਚ, ਉਸ ਖਾਈ ਦੇ ਵਿੱਚ ਨਿਵਾਸ ਕੀਤਾ। ਰਾਤ ਨੂੰ ਉਸ ਖਾਈ ਦੇ ਵਿੱਚੋਂ ਨਿਕਲੇ ਨੇ ਤੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਝਾਤੀ ਮਾਰ ਕੇ ਵੇਖਦੇ ਨੇ, ਲੁਕ ਕੇ ਵੇਖਦੇ ਨੇ ਕਿ ਸਿਪਾਹੀ ਗਾਫਲ ਹੋ ਗਏ ਨੇ, ਉਹ ਸੌਂ ਗਏ ਨੇ। ਫਿਰ ਇੱਕ ਕੱਚੇ ਘੜੇ ਦੇ ਉੱਪਰ ਬੈਠ ਕੇ ਸਰੋਵਰ ਦੇ ਰਾਹੀਂ ਦਰਬਾਰ ਸਾਹਿਬ ਦੀ ਇਮਾਰਤ ਦੇ ਕੋਲ ਪਹੁੰਚਦੇ ਨੇ। ਦਰਬਾਰ ਸਾਹਿਬ ਦੇ ਅੰਦਰ ਜਾ ਕੇ ਉਹਨਾਂ ਨੇ ਵੇਖਿਆ ਹੈ ਕਿ ਦਰਬਾਰ ਸਾਹਿਬ ਦੇ ਅੰਦਰ ਸਫਾਈ ਨਹੀਂ, ਉੱਥੇ ਹਨੇਰਾ ਹੈ, ਰੌਸ਼ਨੀ ਨਹੀਂ, ਦੀਵਾ ਨਹੀਂ ਜਗ ਰਿਹਾ, ਕੋਈ ਬੱਤੀ ਨਹੀਂ ਜਗ ਰਹੀ। ਫਿਰ ਅੰਦਰ ਕੀਰਤਨ ਵੀ ਕਈ ਦਿਨਾਂ ਤੋਂ ਬੰਦ ਹੈ, ਨਿਤਨੇਮ ਵੀ ਨਹੀਂ ਹੋਇਆ। ਫਿਰ ਉਹਨਾਂ ਨੇ ਸਰੋਵਰ ਦੇ ਜਲ ਦੇ ਨਾਲ ਸਫਾਈ ਕੀਤੀ ਹੈ, ਆਸਾ ਕੀ ਵਾਰ ਦਾ ਬੈਠ ਕੇ ਆਰਾਮ ਦੇ ਨਾਲ ਕੀਰਤਨ ਕੀਤਾ ਹੈ, ਧੂਫ ਬੱਤੀ ਉੱਥੇ ਕੀਤੀ ਹੈ, ਉੱਥੇ ਦੀਵਾ ਜਗਾਇਆ ਹੈ। ਉਸ ਤੋਂ ਬਾਅਦ ਦਰਵਾਜ਼ਾ ਬੰਦ ਕਰਕੇ ਫਿਰ ਵਾਪਸ ਆ ਗਏ ਨੇ, ਖਾਈ ਦੇ ਵਿੱਚ ਬੈਠ ਗਏ। ਤੇ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਇਸੇ ਤਰ੍ਹਾਂ ਕਈ ਮਹੀਨਿਆਂ ਬੱਧੀ ਭਾਈ ਮਨਸ਼ਾ ਸਿੰਘ ਜੀ ਇਹ ਸੇਵਾ ਨਿਭਾਉਂਦੇ ਰਹੇ। ਪਰ ਕਈ ਮਹੀਨਿਆਂ ਤੋਂ ਬਾਅਦ ਇੱਕ ਅਫਸਰ ਆਇਆ ਹੈ ਤੇ ਉਸ ਅਫਸਰ ਨੇ ਦਰਬਾਰ ਸਾਹਿਬ ਦਾ ਦਰਵਾਜ਼ਾ ਖੋਲ੍ਹ ਕੇ ਵੇਖਿਆ ਕੋਈ ਸਿੱਖ ਹੈ ਜਿਹੜਾ ਇੱਥੇ ਸੇਵਾ ਕਰਦਾ ਹੈ, ਧੂਫ ਬੱਤੀ ਕਰਦਾ ਹੈ ਤੇ ਦੀਵਾ ਜਗਾਉਂਦਾ ਹੈ। ਉਸਨੇ ਪਹਿਰਾ ਸਖਤ ਕਰ ਦਿੱਤਾ। ਭਾਈ ਮਨਸ਼ਾ ਸਿੰਘ ਜੀ ਜਦੋਂ ਅਗਲੀ ਸਵੇਰ ਨੂੰ ਦਰਬਾਰ ਸਾਹਿਬ ਗਏ, ਆਉਂਦਿਆਂ ਵਕਤ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ। ਭਾਈ ਮਨਸ਼ਾ ਸਿੰਘ ਜੀ ਉੱਥੇ ਸ਼ਹੀਦ ਹੋ ਗਏ ਨੇ। ਉਸ ਤੋਂ ਬਾਅਦ ਭਾਈ ਤਾਰਾ ਸਿੰਘ ਜੀ, ਭਾਈ ਠਾਰਾ ਸਿੰਘ ਜੀ, ਭਾਈ ਬਿਜਲਾ ਸਿੰਘ ਜੀ, ਇਹਨਾਂ ਸਿੱਖਾਂ ਨੇ ਵੀ ਦਰਬਾਰ ਸਾਹਿਬ ਅੰਦਰ ਜਾ ਕੇ ਧੂਫ ਬੱਤੀ ਕੀਤੀ, ਰੌਸ਼ਨੀ ਕੀਤੀ, ਦੀਵਾ ਜਗਾਇਆ, ਆਸਾ ਕੀ ਵਾਰ ਦਾ ਪਾਠ ਕੀਤਾ, ਸਫਾਈ ਕੀਤੀ। ਹਕੂਮਤ ਦੇ ਵੱਲੋਂ ਇਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਅੱਜ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨ ਦਾ ਯਤਨ ਕੀਤਾ ਹੈ। ਗੁਰਦੁਆਰੇ ਦਾ, ਧਰਮਸ਼ਾਲਾ ਦਾ, ਸਿੱਖ ਧਰਮ ਦੇ ਅੰਦਰ ਕੀ ਸੰਕਲਪ ਹੈ, ਇਸ ਬਾਰੇ ਵਿਚਾਰ ਕਰਨ ਦਾ ਯਤਨ ਕੀਤਾ ਹੈ। ਹਜ਼ੂਰ ਕਹਿੰਦੇ ਨੇ ਗੁਰਦੁਆਰੇ ਵਿੱਚ ਆ ਕੇ ਸਤਿਗੁਰੂ ਜੀ ਦੇ ਉਪਦੇਸ਼ ਦੇ ਨਾਲ ਹਿਰਦਾ ਰੂਪੀ ਜਿਹੜਾ ਭਾਂਡਾ ਹੈ ਉਹ ਪਵਿੱਤਰ ਹੋ ਜਾਂਦਾ ਹੈ, ਸਾਫ਼ ਹੋ ਜਾਂਦਾ ਹੈ। ਭਾਂਡਾ ਹੱਠਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਠਾ ਨਾ ਹੋਏ ਸੀ, ਗੁਰੂ ਦੁਆਰਾ ਹੋਏ ਸੋਝੀ ਪਾਈ ਸੀ। ਸਤਿਗੁਰੂ ਜੀ ਦਇਆ ਕਰਨ। ਆਪ ਜੀ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ, ਜਿਨ੍ਹਾਂ ਨੇ ਬਹੁਤ ਅਦਬ ਔਰ ਇਕਾਗਰਤਾ ਦੇ ਨਾਲ ਇਤਿਹਾਸ ਦੀ ਵਿਚਾਰ, ਗੁਰਬਾਣੀ ਦੀ ਵਿਚਾਰ ਸਰਵਣ ਕੀਤੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ